ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਦੇਖੋ, ਸਿੱਖ ਦੇ ਮਨ ਦੇ ਵਿੱਚ ਇਹ ਪੂਰਨ ਭਰੋਸਾ ਹੋ ਜਾਣਾ ਚਾਹੀਦਾ ਹੈ ਕਿ ਉਸ ਦੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਲਗੀਧਰ ਦਸ਼ਮੇਸ਼ ਪਿਤਾ ਤੱਕ ਗੁਰੂ ਸਾਹਿਬਾਨ ਜ਼ਾਹਰ ਜ਼ਹੂਰ ਹੈ ਤੇ ਹਾਜ਼ਰ ਹਜ਼ੂਰ ਹੈ। ਬਸ ਗੱਲ ਸਿੱਖ ਦੇ ਭਰੋਸੇ ਦੀ ਆ। ਜਦੋਂ ਸਿੱਖ ਦਾ ਭਰੋਸਾ ਇੰਨਾ ਪੱਕਾ ਹੋ ਜਾਵੇ ਤਾਂ ਫਿਰ ਹੀ ਸਿੱਖ ਜਿਹੜਾ ਹੈ ਨਾ, ਉਹ ਗੁਰੂ ਦੇ ਨਾਲ ਹਮੇਸ਼ਾ ਜੁੜਿਆ ਰਹਿੰਦਾ ਹੈ, ਆਪਣੇ ਮਨ ਕਰਕੇ, ਆਪਣੇ ਤਨ ਕਰਕੇ, ਆਪਣੇ ਧਨ ਕਰਕੇ। ਅਤੇ ਗੁਰੂ ਵੀ ਜਿਹੜਾ ਹੈ ਨਾ, ਉਸ ਸਿੱਖ ਨੂੰ ਆਪਣੇ ਅੰਗ ਸੰਗ ਹੋਣ ਦੇ ਪੱਕੇ ਸਬੂਤ ਪੇਸ਼ ਕਰ ਦਿੰਦਾ ਹੈਗਾ। ਸੋ ਇਹੋ ਜਿਹਾ ਸਿੱਖ ਜਿਹੜਾ ਗੁਰੂ ਦੇ ਨਾਲ ਹਮੇਸ਼ਾ ਜੁੜਿਆ ਰਹਿੰਦਾ ਹੈ, ਉਸ ਦੇ ਔਖੇ ਜੀਵਨ ਦੇ ਵਿੱਚ, ਮੁਸੀਬਤ ਦੇ ਵਿੱਚ, ਚਿੰਤਾ ਦੇ ਵਿੱਚ, ਭਾਵ ਕੀ ਆ, ਉਸ ਸਿੱਖ ਦੇ ਹਰ ਕੰਮ ਕਾਜ ਦੇ ਵਿੱਚ ਗੁਰੂ ਉਹਦੀ ਜਿਹੜੀ ਆ ਉਹ ਸਹਾਇਤਾ ਕਰਦਾ ਹੈਗਾ। ਸੋ ਐਸਾ ਹੈ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਇਸੇ ਕਰਕੇ ਕਿਹਾ ਜਾਂਦਾ ਹੈਗਾ। ਸੋ ਅੱਜ ਦਾਸ ਇੱਕ ਐਸੀ ਘਟਨਾ ਦਾ ਜ਼ਿਕਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ, ਜਿਸ ਦੇ ਵਿੱਚ ਇੱਕ ਗੁਰਸਿੱਖ ਜਦੋਂ ਆਪਣੇ ਜੀਵਨ ਦੇ ਉਹਨਾਂ ਦੁਖਾਂਤ ਪਲਾਂ ਦੇ ਵਿੱਚ ਪੂਰੀ ਤਰ੍ਹਾਂ ਡੋਲ ਗਿਆ ਸੀ, ਕਿਵੇਂ ਕਿ ਦਸ਼ਮੇਸ਼ ਪਿਤਾ ਮਹਾਰਾਜ ਨੇ ਉਸ ਗੁਰਸਿੱਖ ਦੀ ਜਿਹੜੀ ਸੀਗੀ 1947 ਦੇ ਇਸ ਭਾਰਤ ਪਾਕ ਵੰਡ ਤੋਂ ਬਾਅਦ ਸਹਾਇਤਾ ਕੀਤੀ ਸੀ। ਸੋ ਇਹ ਜਿਹੜਾ ਪਰਿਵਾਰ ਸੀਗਾ ਨਾ, ਜਿਸ ਦੀ ਘਟਨਾ ਦਾ ਜ਼ਿਕਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ, ਇਹ ਉਹਨਾਂ ਟਾਈਮਾਂ ਦੇ ਵਿੱਚ ਭਾਰਤ ਪਾਕਿਸਤਾਨ ਵੰਡ ਤੋਂ ਪਹਿਲਾਂ ਪਾਕਿਸਤਾਨ ਦੇ ਇਲਾਕੇ ਦੇ ਵਿੱਚ ਰਹਿੰਦਾ ਸੀਗਾ। ਅਤੇ ਉਹਨਾਂ ਟਾਈਮਾਂ ਦੇ ਵਿੱਚ ਜਦ ਪਰਿਵਾਰ ਜਿਹੜੇ ਇੱਧਰੋਂ ਉੱਧਰ ਗਏ ਅਤੇ ਉੱਧਰੋਂ ਇੱਧਰ ਆਏ ਆ, ਅਤੇ ਉਹਨਾਂ ਦੇ ਵਿੱਚ ਇਹ ਵੀ ਪਰਿਵਾਰ ਸ਼ਾਮਲ ਸੀਗਾ। ਜਦ ਇਹ ਪਰਿਵਾਰ ਜਿਹੜਾ ਸੀਗਾ ਬੜੇ ਨਾਜ਼ੁਕ ਹਾਲਾਤਾਂ ਦੇ ਵਿੱਚ ਉਹਨਾਂ ਟਾਈਮਾਂ ਵਿੱਚੋਂ, ਪਾਕਿਸਤਾਨ ਦੇ ਵਿੱਚੋਂ ਜਦ ਇੱਧਰ ਪੰਜਾਬ ਅੰਮ੍ਰਿਤਸਰ ਵੱਲ ਆ ਰਿਹਾ ਸੀਗਾ, ਅਤੇ ਰਸਤੇ ਦੇ ਵਿੱਚ ਇਸ ਪਰਿਵਾਰ ਦੇ ਇੱਕ ਜਿਹੜੀ ਮਾਈ ਸੀ, ਉਸ ਦਾ ਜਿਹੜਾ ਸੀਗਾ ਉਹ ਦੇਹਾਂਤ ਹੋ ਗਿਆ ਸੀ। ਜਦ ਉਹ ਪਰਵਾਈ ਜਿਹੜੀ ਸੀ ਅਕਾਲ ਚਲਾਣਾ ਕਰ ਗਈ, ਅਤੇ ਇਸ ਭਖ ਦੇ ਹਾਲਾਤ ਦੇ ਵਿੱਚ ਇਸ ਪਰਿਵਾਰ ਦੀ ਮਾੜੀ ਕਿਸਮਤ ਕਿ ਇਸ ਪਰਿਵਾਰ ਦਾ ਇੱਕ ਲੜਕਾ ਉਸ ਮਾਈ ਦਾ, ਜਿਹਦਾ ਨਾਂ ਸੀਗਾ ਮਾਨ ਸਿੰਘ। ਇਹ ਜਿਹੜਾ ਮਾਨ ਸਿੰਘ ਸੀਗਾ ਨਾ, ਇਹ ਆਪਣੀ ਮਾਂ ਦਾ ਬੜਾ ਪਿਆਰਾ ਲਾਡਲਾ ਪੁੱਤਰ ਸੀਗਾ, ਪਰ ਹਾਲਾਤਾਂ ਨੇ ਇਹਨੂੰ ਇੰਨਾ ਮਜਬੂਰ ਕਰ ਦਿੱਤਾ ਕਿ ਇਹਨਾਂ ਹਾਲਾਤਾਂ ਦੇ ਵਿੱਚ ਇਹ ਆਪਣੀ ਮਾਂ ਦਾ ਹੱਥੀਂ ਸੰਸਕਾਰ ਨਹੀਂ ਕਰ ਸਕਿਆ, ਅਤੇ ਇਹ ਆਪਣੀ ਮਾਂ ਦੀ ਜਿਹੜੀ ਬੋਡੀ ਸੀ ਉਸ ਨੂੰ ਵਿੱਚੇ ਹੀ ਛੱਡ ਕੇ ਇਹਨਾਂ ਰੌਲਿਆਂ ਗੌਲਿਆਂ ਦੇ ਵਿੱਚ ਉਹਨਾਂ ਟਾਈਮਾਂ ਵਿੱਚ ਅੰਮ੍ਰਿਤਸਰ ਪਹੁੰਚਿਆ। ਜਦ ਅੰਮ੍ਰਿਤਸਰ ਪਹੁੰਚਿਆ ਸੀਗਾ, ਅਤੇ ਇਹ ਜਿਹੜਾ ਲੜਕਾ ਮਾਨ ਸਿੰਘ ਸੀਗਾ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਆਪਣੇ ਮਾਂ ਦੇ ਪ੍ਰਤੀ ਪਿਆਰ ਸੀਗਾ, ਲਗਨ ਸੀਗੀ। ਮਨ ਦੇ ਵਿੱਚ ਇਹ ਸੋਚਦਾ ਸੀਗਾ ਕਿ ਦੇਖੋ, ਮੇਰੀ ਮਾਂ ਨੇ ਮੈਨੂੰ ਸਾਰੀ ਉਮਰ ਕਿੰਨਾ ਲਾਡ ਕੀਤਾ, ਕਿੰਨਾ ਪਿਆਰ ਕੀਤਾ, ਇੰਨਾ ਮੈਂ ਬਦਕਿਸਮਤ ਹੈਗਾ ਕਿ ਮੈਂ ਆਪਣੀ ਮਾਂ ਦੀ ਹੱਥੀਂ ਆਖਰ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਧਰਮ ਦੀ ਕਿਰਿਆ ਨਹੀਂ ਕਰ ਸਕਿਆ, ਹੱਥੀਂ ਸੰਸਕਾਰ ਨਹੀਂ ਕਰ ਸਕਿਆ। ਇਸ ਕਰਕੇ ਇਹਦੇ ਮਨ ਦੇ ਵਿੱਚ ਬੜਾ ਝੋਰਾ ਜਿਹੜਾ ਸੀਗਾ ਇਸ ਗੱਲ ਦਾ ਬੈਠ ਗਿਆ। ਉਸ ਤੋਂ ਬਾਅਦ ਇਹ ਜਿਹੜਾ ਪਰਿਵਾਰ ਸੀਗਾ, ਇਹ ਫਿਰ ਲੁਧਿਆਣੇ ਦੇ ਲਾਗੇ ਇੱਕ CMC ਜਿਹੜਾ ਉਹਨਾਂ ਟਾਈਮਾਂ ਦੇ ਵਿੱਚੋਂ ਇੱਕ ਹੌਸਪੀਟਲ ਸੀਗਾ, ਉਹਦੇ ਲਾਗੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਇੱਕ ਛੋਟਾ ਜਿਹਾ ਨਗਰ ਜਿਹੜਾ ਨਾਂ 'ਤੇ ਵਸਿਆ ਹੋਇਆ, ਉੱਥੇ ਰਹਿਣ ਲੱਗ ਪਿਆ। ਜਦ ਉਸ ਨਗਰ ਦੇ ਵਿੱਚ ਇਹ ਪਰਿਵਾਰ ਰਹਿਣ ਲੱਗ ਪਿਆ, ਅਤੇ ਇਹ ਲੜਕਾ ਜਿਹੜਾ ਸੀਗਾ ਇਸ ਨੂੰ ਆਪਣੀ ਮਾਂ ਦੀ ਯਾਦ ਬੜੀ ਸਤਾਵੇ, ਕਿਉਂਕਿ ਇਹਨੂੰ ਉਹ ਦਿਨ ਚੇਤੇ ਆਉਣ ਜਦ ਇਹ ਨਿੱਕਾ ਹੁੰਦਾ ਸੀਗਾ, ਇਹਦੀ ਮਾਂ ਜਿਹੜੀ ਸੀ ਕਿਵੇਂ ਇਹ ਆਪਣੇ ਬੱਚੇ ਦੀ ਜਿਹੜੀ ਸੀ ਉਹਨਾਂ ਟਾਈਮਾਂ 'ਚ ਪਰਵਰਿਸ਼ ਕਰਦੀ ਹੁੰਦੀ ਸੀ। ਔਰ ਖ਼ਾਸ ਕਰਕੇ ਜਦੋਂ ਮਾਨ ਸਿੰਘ ਛੋਟਾ ਹੁੰਦਾ ਸੀ, ਇਹਦੀ ਮਾਂ ਜਿਹੜੀ ਸੀ ਮਾਨ ਸਿੰਘ ਦੇ ਕੇਸਾਂ ਨੂੰ ਉਹਨਾਂ ਟਾਈਮਾਂ ਦੇ ਵਿੱਚ ਦਹੀਂ ਦੇ ਨਾਲ ਨਲਾਉਂਦੀ ਹੁੰਦੀ ਸੀ, ਅਤੇ ਜਦੋਂ ਇਹਨੇ ਦਹੀਂ ਦੇ ਨਾਲ ਆਪਣੇ ਬੱਚੇ ਦੇ ਕੇਸਾਂ ਦਾ ਇਸ਼ਨਾਨ ਕਰਾਉਣਾ, ਅਤੇ ਨਾਲ ਇਹ ਵੀ ਆਪਣੇ ਬੱਚੇ ਨੂੰ ਪੱਕਾ ਕਰਨਾ ਕਿ ਬੇਟਾ ਜ਼ਿੰਦਗੀ ਵਿੱਚ ਕਦੀ ਕੇਸ ਨਹੀਂ ਕਟਾਉਣੇ, ਕਿਉਂਕਿ ਜਿਹੜੇ ਕੇਸ ਹੈਗੇ ਨੇ ਗੁਰੂ ਦੀ ਮੋਹਰ ਆ, ਗੁਰੂ ਦੀ ਬਖਸ਼ਿਸ਼ ਹੈ, ਗੁਰੂ ਦੀ ਨਿਸ਼ਾਨੀ ਹੈਗੀ ਆ। ਇਸ ਤਰ੍ਹਾਂ ਆਪਣੇ ਬੱਚੇ ਨੂੰ ਇਹਦੀ ਮਾਂ ਜਿਹੜੀ ਸੀ ਸਿੱਖੀ ਵਿੱਚ ਪਰਪੱਕ ਕਰਦੀ ਸੀ। ਔਰ ਦਹੀਂ ਦੇ ਨਾਲ ਇਸ ਕਰਕੇ ਨਲਾਉਣਾ ਤਾਂ ਜੋ ਮੇਰੇ ਬੱਚੇ ਜਿਹੜੇ ਕੇਸ ਨਾ ਹੋਰ ਵੀ ਲੰਬੇ ਹੋਣ, ਹੋਰ ਵੀ ਸੋਹਣੇ ਹੋਣ, ਅਤੇ ਮੇਰਾ ਜਿਹੜਾ ਬੱਚਾ ਹੈਗਾ ਉਹ ਕਲਗੀਧਰ ਪਿਤਾ ਦਾ ਲਾਡਲਾ ਕੇਸਧਾਰੀ ਸਿੱਖ ਬਣ ਸਕੇ। ਇਹੋ ਜਿਹੀਆਂ ਜਿਹੜੀਆਂ ਯਾਦਾਂ ਸੀ ਬਚਪਨ ਦੀਆਂ, ਮਾਨ ਸਿੰਘ ਦੇ ਮਨ ਨੂੰ ਬੜੀਆਂ ਉਹਨਾਂ ਟਾਈਮਾਂ ਦੇ ਵਿੱਚ ਸਤਾਉਂਦੀਆਂ ਹੁੰਦੀਆਂ ਸੀ। ਔਰ ਇਸੇ ਫਿਕਰ, ਇਸੇ ਯਾਦ ਦੇ ਕਰਕੇ ਮਾਨ ਸਿੰਘ ਦੀ ਸੋਚ ਦਾ ਦਿਮਾਗ ਦੇ ਉੱਤੇ ਐਸਾ ਅਸਰ ਹੋਇਆ ਕਿ ਮਾਨ ਸਿੰਘ ਜਿਹੜਾ ਸੀਗਾ ਇਹਦੇ ਸਿਰ ਦੇ ਵਿੱਚ ਦਰਦ ਰਹਿਣ ਲੱਗਾ, ਜਾਂ ਜਿਹੜਾ ਸੀਗਾ ਦਰਦ ਰਹਿਣ ਲੱਗਾ। ਦਰਦ ਜਿਹੜਾ ਸੀਗਾ ਉਹ ਜਦ ਥੋੜ੍ਹਾ ਜਿਹਾ ਵਧਿਆ
ਤੇ ਇਹ ਪਰਿਵਾਰ ਜਿਹੜਾ ਸੀ ਉਸ ਟਾਈਮ ਇੱਥੇ CMC ਜਿਹੜਾ ਹਸਪੀਟਲ ਸੀਗਾ ਇੱਥੇ ਆਇਆ ਤੇ ਇਹਨਾਂ ਨੇ ਸਿਰ ਦੇ ਵਿੱਚ ਦਰਦ ਰਹਿਣ ਦੀ ਜਿਹੜੀ ਗੱਲ ਸੀ ਉਹ ਡਾਕਟਰਾਂ ਨਾਲ ਸਾਂਝੀ ਕੀਤੀ ਤੇ ਡਾਕਟਰਾਂ ਜਿਹੜਾ ਸੀਗਾ ਉਸ ਟਾਈਮ ਪਹਿਲਾਂ ਇਹਨੂੰ ਇੱਕ ਹਲਕੀ ਜਿਹੀ ਦਵਾਈ ਦਿੱਤੀ ਤੇ ਆਖਿਆ ਕਿ ਚਲੋ ਇਹ ਤੁਸੀਂ ਖਾ ਲਓ ਤੇ ਇਹਦੇ ਨਾਲ ਤੁਹਾਡਾ ਸਿਰ ਦਰਦ ਬਿਲਕੁਲ ਠੀਕ ਹੋ ਜਾਊਗਾ। ਉਸ ਤੋਂ ਬਾਅਦ ਇਹ ਪਰਿਵਾਰ ਜਿਹੜਾ ਸੀ ਫਿਰ ਦਵਾਈ ਲੈ ਕੇ 1 ਮਹੀਨੇ ਦੀ ਆਪਣੇ ਘਰ ਆ ਗਿਆ। ਫਿਰ ਦਵਾਈ ਜਿਹੜੀ ਸੀ ਇਹ ਮਾਨ ਸਿੰਘ ਨੇ ਖਾਣੀ ਸ਼ੁਰੂ ਕੀਤੀ। ਕੁਛ ਟਾਈਮ ਤੱਕ ਦਰਦ ਠੀਕ ਰਿਹਾ ਪਰ ਉਸ ਤੋਂ ਬਾਅਦ ਅਚਾਨਕ ਜਿਹੜੀ ਸੀ ਸਿਰ ਦਰਦ ਬੜੀ ਤੇਜ਼ੀ ਗਤੀ ਦੇ ਨਾਲ ਹੋਣ ਲੱਗਾ। ਜਦ ਸਿਰ ਦੇ ਵਿੱਚ ਜਿਹੜਾ ਦਰਦ ਸੀਗਾ ਜ਼ਿਆਦਾ ਹੋਣ ਲੱਗਾ ਉਸ ਤੋਂ ਬਾਅਦ ਫਿਰ ਮਾਨ ਸਿੰਘ ਦਾ ਪਿਤਾ ਜਿਹੜੇ ਉਹਨਾਂ ਟਾਈਮਾਂ 'ਚ ਬਜ਼ੁਰਗ ਸੀਗੇ ਫਿਰ ਇਹਨੂੰ ਹਸਪੀਟਲ ਦੁਬਾਰਾ CMC ਲੈ ਗਏ ਤੇ ਡਾਕਟਰਾਂ ਦੇ ਨਾਲ ਫਿਰ ਜਿਹੜੀ ਸੀ ਮਾਨ ਸਿੰਘ ਦੀ ਗੱਲਬਾਤ ਕੀਤੀ ਕਿ ਦਰਦ ਹੈਗਾ ਉਹ ਅਚਾਨਕ ਵੱਧ ਗਿਆ ਹੈਗਾ। ਜਦ ਇੰਨੀ ਗੱਲ ਹੋਈ ਤੇ ਡਾਕਟਰ ਕਹਿਣ ਲੱਗੇ ਵੀ ਸਾਨੂੰ ਇਹਦੇ ਜਿਹੜਾ ਹੈ ਨਾ ਸਿਰ ਹੈ ਇਹਦੀ ਸਕੈਨ ਕਰਨੀ ਪੈਣੀ ਆ ਫਿਰ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ। ਉਸ ਤੋਂ ਬਾਅਦ ਦੇਖੋ ਮਾਨ ਸਿੰਘ ਦੇ ਸਿਰ ਦੀ ਜਿਹੜੀ ਸੀ ਡਾਕਟਰਾਂ ਨੇ ਉਹਨਾਂ ਟਾਈਮਾਂ 'ਚ ਸਕੈਨ ਕੀਤੀ। ਜਦ ਉਹ ਸਿਰ ਦੀ ਸਕੈਨ ਹੋਈ ਉਸ ਤੋਂ ਬਾਅਦ ਫਿਰ ਜਿਹੜੀ ਰਿਪੋਰਟ ਆਈ ਤੇ ਰਿਪੋਰਟ ਤੋਂ ਬਾਅਦ ਫਿਰ ਡਾਕਟਰਾਂ ਨੇ ਜਿਹੜਾ ਸੀਗਾ ਮਾਨ ਸਿੰਘ ਦੇ ਪਿਤਾ ਨੂੰ ਆਪਣੇ ਪਾਸ ਬੁਲਾਇਆ ਤਾਂ ਕਹਿਣ ਲੱਗੇ ਕਿ ਇਹ ਜਿਹੜਾ ਮਾਨ ਸਿੰਘ ਆ ਇਹ ਕੌਣ ਆ। ਤੇ ਫਿਰ ਇਹ ਪਿਤਾ ਜੀ ਕਹਿਣ ਲੱਗੇ ਕਿ ਮੇਰਾ ਇੱਕੋ ਇੱਕ ਇਕਲੌਤਾ ਲੜਕਾ। ਔਰ ਦੂਸਰੀ ਗੱਲ ਹੈ ਕਿ ਮਾਨ ਸਿੰਘ ਦੀਆਂ ਜਿਹੜੀਆਂ ਹਨ 3 ਲੜਕੀਆਂ ਵੀ ਆ ਤੇ ਬੱਚੀਆਂ ਛੋਟੀਆਂ ਹੈਗੀਆਂ। ਜਦ ਇੰਨੀ ਗੱਲ ਹੋਈ ਤੇ ਡਾਕਟਰ ਜਿਹੜੇ ਸੀਗੇ ਇੱਕ ਦੂਸਰੇ ਦੇ ਮੂੰਹ ਵੱਲ ਦੇਖਣ ਲੱਗੇ ਤੇ ਫਿਰ ਮਾਨ ਸਿੰਘ ਦੇ ਪਿਤਾ ਨੂੰ ਕਹਿਣ ਲੱਗੇ ਕਿ ਦੇਖੋ ਅਸੀਂ ਡਾਕਟਰ ਹਾਂ, ਜੋ ਹਾਲਾਤ ਜੋ ਰਿਪੋਰਟ ਸਾਡੇ ਹਿਸਾਬ ਦੇ ਨਾਲ ਆਈ ਅਸੀਂ ਤੁਹਾਡਾ ਉਸ ਰਿਪੋਰਟ ਦਾ ਜ਼ਿਕਰ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਬਾਕੀ ਗੱਲ ਇਹ ਹੈਗੀ ਆ ਕਿ ਇਹ ਸਾਡੀਆਂ ਰਿਪੋਰਟਾਂ ਜਿਹੜੀਆਂ ਹੈ ਸਕੈਨ ਦੀਆਂ ਦੱਸਦੀਆਂ ਕਿ ਮਾਨ ਸਿੰਘ ਦੇ ਸਿਰ ਦੇ ਵਿੱਚ ਰਸੌਲੀ ਆ ਤੇ ਇਹ ਜਿਹੜੀ ਰਸੌਲੀ ਹੈ ਕਾਫੀ ਵੱਡੀ ਹੋ ਚੁੱਕੀ ਆ ਤੇ ਇਸ ਕਰਕੇ ਰਸੌਲੀ ਦਾ ਜਿਹੜਾ ਦਰਦ ਹੈਗਾ ਉਹਦੇ ਕਰਕੇ ਇਹਦੇ ਸਿਰ ਦੇ ਵਿੱਚ ਜ਼ਿਆਦਾ ਦਰਦ ਰਹਿੰਦਾ ਤੇ ਇਸ ਕਰਕੇ ਹੈ ਨਾ ਮਾਨ ਸਿੰਘ ਦੇ ਸਿਰ ਦਾ ਸਾਨੂੰ ਆਪਰੇਸ਼ਨ ਕਰਨਾ ਪੈਣਾ ਹੈਗਾ। ਪਰ ਦੂਸਰੀ ਗੱਲ ਡਾਕਟਰ ਨੇ ਇਹ ਵੀ ਸਾਂਝੀ ਕੀਤੀ ਕਿ ਆਪਰੇਸ਼ਨ ਤਾਂ ਅਸੀਂ ਕਰ ਦਿੰਦੇ ਹਾਂ ਪਰ ਦੂਸਰੀ ਗੱਲ ਇਹ ਹੈ ਵੀ ਆਪਰੇਸ਼ਨ ਕਾਮਯਾਬ ਹੋਵੇ ਜਾਂ ਨਾ ਕਾਮਯਾਬ ਹੋਵੇ ਇਹਦੀ ਅਸੀਂ ਗਰੰਟੀ ਨਹੀਂ ਚੱਕ ਸਕਦੇ। ਜਦ ਇੰਨੀ ਗੱਲ ਹੋਈ ਤਾਂ ਮਾਨ ਸਿੰਘ ਦੇ ਪਿਤਾ ਜਿਹੜੇ ਸੀ ਬੜੇ ਸੋਚੀ ਪੈ ਗਏ। ਫਿਰ ਉਹ ਡਾਕਟਰ ਦੇ ਨਾਲ ਗੱਲ ਕੀਤੀ ਕਹਿੰਦੇ ਡਾਕਟਰ ਸਾਹਿਬਾਨ ਅਗਰ ਅਸੀਂ ਆਪਰੇਸ਼ਨ ਨਾ ਕਰਾਈਏ ਤੇ ਫਿਰ ਡਾਕਟਰ ਕਹਿਣ ਲੱਗਾ ਵੀ ਜੇ ਤੁਸੀਂ ਆਪਰੇਸ਼ਨ ਨਾ ਕਰੋਗੇ ਤਾਂ ਇਹਦੇ 2 ਵੱਡੇ ਨੁਕਸਾਨ ਹੋ ਸਕਦੇ ਆ। ਤੇ ਮਾਨ ਸਿੰਘ ਨੇ ਪਿਤਾ ਜੀ ਨੇ ਪੁੱਛਿਆ ਕਿ ਉਹ ਕੀ ਤਾਂ ਫਿਰ ਡਾਕਟਰ ਨੇ ਆਖਿਆ ਸੀ ਕਿ ਇਹਦੇ ਸਰੀਰ ਦਾ ਕੋਈ ਨਾ ਕੋਈ ਅੰਗ ਜਿਹੜਾ ਉਹ ਵੀ ਮਰ ਸਕਦਾ। ਪਹਿਲਾ ਤਾਂ ਨੁਕਸਾਨ ਇਹ ਆ, ਦੂਸਰਾ ਨੁਕਸਾਨ ਇਹ ਹੈ ਕਿ ਇਹਦੀ ਅੱਖਾਂ ਦੀ ਜਿਹੜੀ ਰੋਸ਼ਨੀ ਜੋਤ ਆ ਉਹ ਵੀ ਜਿਹੜੀ ਆ ਉਹ ਗੁੱਲ ਹੋ ਸਕਦੀ ਹੈ, ਜਾਂਦੀ ਲੱਗੂਗੀ। ਜਦ ਇਹ ਗੱਲਾਂ ਜਿਹੜੀਆਂ ਸੀ ਡਾਕਟਰਾਂ ਨੇ ਮਾਨ ਸਿੰਘ ਦੇ ਪਿਤਾ ਨੂੰ ਦੱਸੀਆਂ ਸੀਗੀਆਂ ਉਹਨਾਂ ਟਾਈਮਾਂ 'ਚ ਤੇ ਮਾਨ ਸਿੰਘ ਦੇ ਪਿਤਾ ਜਿਹੜੇ ਸੀ ਇਹ ਗੱਲਾਂ ਸੁਣ ਕੇ ਜਿਹੜੇ ਸੀ ਚੁੱਪ ਕਰ ਗਏ। ਪਰ ਉਸ ਤੋਂ ਬਾਅਦ ਡਾਕਟਰਾਂ ਜਿਹੜੀ ਸੀ ਥੋੜ੍ਹੀ ਬਹੁਤ ਦਵਾਈ ਦਿੱਤੀ ਉਸ ਤੋਂ ਬਾਅਦ ਇਹ ਜਿਹੜਾ ਹੈ ਨਾ ਮਾਨ ਸਿੰਘ ਦਾ ਪਰਿਵਾਰ ਸੀਗਾ ਘਰ ਆ ਗਿਆ ਤੇ ਘਰ ਆ ਕੇ ਜਿਹੜੀ ਸਲਾਹ ਕੀਤੀ ਵੀ ਹੁਣ ਕੀ ਕਰੀਏ। ਜਦ ਹੁਣ ਕੀ ਕਰੀਏ ਉਸ ਤੋਂ ਬਾਅਦ ਫਿਰ ਆਂਢ ਗੁਆਂਢ ਦੇ ਜਿਹੜੇ ਲੋਕੀ ਸੀ ਉਹ ਇਕੱਠੇ ਹੋਏ। ਉਹਨਾਂ ਨੇ ਮਾਨ ਸਿੰਘ ਦੇ ਪਿਤਾ ਦੇ ਨਾਲ ਬੜੀ ਹਮਦਰਦੀ ਪ੍ਰਗਟ ਕੀਤੀ ਤੇ ਉਹਨਾਂ ਨੇ ਇਹ ਆਖਿਆ ਕਿ ਤੁਸੀਂ ਇਹ ਜਿਹੜੀਆਂ ਮਾਨ ਸਿੰਘ ਦੀਆਂ ਬੱਚੀਆਂ ਤੇ ਇਹਦੀ ਘਰ ਵਾਲੀ ਇਹਦਾ ਫਿਕਰ ਨਾ ਕਰੋ। ਜਿੱਥੇ ਅਸੀਂ ਰੋਟੀ ਖਾਂਦੇ ਹਾਂ ਉੱਥੇ ਇਹਦੀ ਘਰ ਵਾਲੀ ਤੇ ਬੱਚੇ ਵੀ ਖਾਣਗੇ। ਤੁਸੀਂ ਜਾ ਕੇ ਹਸਪੀਟਲ ਜਿਹੜਾ ਹੈ ਨਾ ਮਾਨ ਸਿੰਘ ਦਾ ਆਪਰੇਸ਼ਨ ਜ਼ਰੂਰ ਕਰਾਓ, ਹੋ ਸਕਦਾ ਖਬਰ ਹੈ ਰੱਬ ਮਿਹਰ ਹੀ ਕਰ ਦੇਵੇ। ਜਦ ਇੰਨੀ ਗੱਲ ਹੋਈ ਤਾਂ ਫਿਰ ਇਹਨਾਂ ਦੇ ਪਿਤਾ ਜੀ ਮੰਨ ਗਏ। ਉਸ ਤੋਂ ਬਾਅਦ 2-3 ਦਿਨਾਂ ਬਾਅਦ ਜਦ ਦੁਬਾਰਾ ਫਿਰ ਹਸਪੀਟਲ ਗਏ ਤਾਂ ਫਿਰ ਜਿਹੜਾ ਹਸਪੀਟਲ ਦਾ ਡਾਕਟਰ ਸੀਗਾ ਉਸ ਨੇ ਫਿਰ ਜਿਹੜਾ ਸੀ ਮਾਨ ਸਿੰਘ ਦੇ ਪਿਤਾ ਨੂੰ ਦੱਸਿਆ ਵੀ ਦਰਅਸਲ ਗੱਲ ਇਹ ਹੈਗੀ ਆ ਕਿ ਮੇਰਾ ਇੱਕ ਦੋਸਤ ਹੈਗਾ ਦਿੱਲੀ, ਉਹ ਜਿਹੜਾ ਡਾਕਟਰ ਦਿੱਲੀ ਹੈ ਉਹ ਅੰਗਰੇਜ਼ ਡਾਕਟਰ ਹੈਗਾ ਤੇ ਮੈਂ ਤੁਹਾਨੂੰ ਚਿੱਠੀ ਲਿਖ ਦਿੰਦਾ ਹੈਗਾ ਤੇ ਬਾਕੀ ਜਿਹੜੀ ਪੈਸਿਆਂ ਦੀ ਗੱਲ ਹੈਗੀ ਆ ਉਹ ਪੈਸੇ ਤੁਸੀਂ ਆਪਰੇਸ਼ਨ ਤੋਂ ਬਾਅਦ ਦੇ ਦਿਓ ਜਾਂ ਜਿੰਨੇ ਹੋ ਸਕੇ ਦੇ ਦਿਓ, ਕੋਈ ਚਿੰਤਾ ਦੀ ਗੱਲ ਨਹੀਂ। ਤੇ ਤੁਸੀਂ ਹੈ ਨਾ ਆਪਣੇ ਬੱਚੇ ਨੂੰ ਦਿੱਲੀ ਲੈ ਜਾਓ ਕਿਉਂਕਿ ਇਹਦਾ ਆਪਰੇਸ਼ਨ ਜਿਹੜਾ ਹੈ ਨਾ ਉਹ ਸਪੈਸ਼ਲਿਸਟ ਆ ਇਹਨਾਂ ਕੰਮਾਂ ਦੇ ਵਿੱਚ, ਜਿਹੜਾ ਅੰਗਰੇਜ਼ ਡਾਕਟਰ ਹੈ ਉਹੀ ਕਰ ਸਕਦਾ ਹੈਗਾ ਤੇ ਅਸੀਂ ਤਾਂ ਸਿਰਫ ਜਿਹੜਾ ਹੈਗਾ ਛੋਟੇ ਮੋਟੇ ਡਾਕਟਰਾਂ ਤੈਨੂੰ ਦੱਸ ਸਕਦੇ ਹਾਂ, ਪਰ ਸਪੈਸ਼ਲਿਸਟ ਜਿਹੜਾ ਡਾਕਟਰ ਮੇਰਾ ਦੋਸਤ ਹੈਗਾ ਤੁਸੀਂ ਦਿੱਲੀ ਚਲੇ ਜਾਓ ਤੇ ਮੇਰੀ ਚਿੱਠੀ ਲੈ ਕੇ ਉਹਨੂੰ ਦਿਖਾ ਦਿਓ। ਖੈਰ ਉਸ ਤੋਂ ਬਾਅਦ ਉਹ CMC ਡਾਕਟਰ ਵਾਲੇ ਨੇ ਬੜੀ ਹਮਦਰਦੀ ਨਾਲ ਚਿੱਠੀ ਲਿਖ ਦਿੱਤੀ ਤੇ ਮਾਨ ਸਿੰਘ ਦੇ ਪਿਤਾ ਜਿਹੜੇ ਸੀ ਚਿੱਠੀ ਲੈ ਕੇ ਘਰ ਆਏ। ਉਸ ਤੋਂ ਬਾਅਦ ਫਿਰ ਇਹ ਜਿਹੜੇ ਸੀਗੇ ਦੋਨੇ ਪੁੱਤ ਇਹ ਦਿੱਲੀ ਚਲੇ ਗਏ। ਜਦ ਦਿੱਲੀ ਚਲੇ ਗਏ ਤਾਂ ਉੱਥੇ ਜਿਹੜਾ ਅੰਗਰੇਜ਼ ਡਾਕਟਰ ਸੀਗਾ ਉਸ ਨੂੰ ਜਿਹੜੀ ਸੀਗੀ ਇਹ CMC ਲੁਧਿਆਣੇ ਵਾਲੇ ਡਾਕਟਰ ਦੀ ਚਿੱਠੀ ਦਿਖਾਲੀ। ਉਹਨੇ ਜਦ ਚਿੱਠੀ ਪੜ੍ਹੀ ਆ ਤੇ ਉਹ ਫਿਰ ਕਹਿਣ ਲੱਗਾ ਵੀ ਗੱਲ ਇਹ ਹੈ ਕਿ ਇਹ ਜਿਹੜਾ ਤੁਹਾਡਾ ਲੜਕਾ ਹੈਗਾ ਇਹਦੀ ਸਾਨੂੰ ਇੱਥੇ ਦੁਬਾਰਾ ਫਿਰ ਰਿਪੋਰਟ ਕਰਨੀ ਪੈਣੀ ਆ। ਅਸੀਂ ਦੁਬਾਰਾ ਰਿਪੋਰਟਾਂ ਕਰਾਂਗੇ, ਉਹਦੇ ਹਿਸਾਬ ਦੇ ਨਾਲ ਅਸੀਂ ਦੇਖਦੇ ਹਾਂ ਕਿ ਇਹਦੀ ਜਿਹੜੀ ਅੰਦਰ ਬਿਮਾਰੀ ਸਿਰ ਦੀ ਆ ਕਿੰਨੀ ਕੁ ਹੈਗੀ ਕਿੰਨੀ ਕੁ ਨਹੀਂ ਹੈਗੀ। ਉਸ ਤੋਂ ਬਾਅਦ ਫਿਰ ਦੁਬਾਰਾ ਜਿਹੜੀ ਸੀ ਉਹ ਸਕੈਨ ਹੋਈ, ਰਿਪੋਰਟਾਂ ਆਈਆਂ। ਇਸ ਰਿਪੋਰਟਾਂ ਦੇਖਣ ਤੋਂ ਬਾਅਦ ਉਸ ਗੋਰੇ ਡਾਕਟਰ ਨੇ ਜਿਹੜਾ ਸੀਗਾ ਮਾਨ ਸਿੰਘ ਦੇ ਪਿਤਾ ਨੂੰ ਦੱਸਿਆ
ਕਿ ਘੱਟੋ ਘੱਟ ਜਿਹੜਾ ਹੈ ਨਾ ਇੱਥੇ ਤੁਹਾਨੂੰ 7 ਦਿਨ ਰਹਿਣਾ ਪਊਗਾ, ਅਤੇ ਇਹਨਾਂ 7 ਦਿਨਾਂ ਦੇ ਵਿੱਚ ਬੁੱਧਵਾਰ ਨੂੰ ਅਸੀਂ ਮਾਨ ਸਿੰਘ ਦਾ ਪ੍ਰਸ਼ਨ ਕਰਾਂਗੇ। ਇਹ ਪ੍ਰਸ਼ਨ ਜਿਹੜਾ ਸਵੇਰੇ ਅਸੀਂ 8 ਵਜੇ ਸ਼ੁਰੂ ਕਰਾਂਗੇ, ਅਤੇ ਸਾਡੀ ਪੂਰੀ ਕੋਸ਼ਿਸ਼ ਆ ਵੀ ਇਹ ਜਿਹੜਾ ਅਸੀਂ ਪ੍ਰਸ਼ਨ ਕਰਨਾ ਹੈ ਇਹ ਪੂਰੀ ਤਰ੍ਹਾਂ ਸਫਲ ਹੋ ਸਕੇ। ਉਸ ਤੋਂ ਬਾਅਦ ਇਹ ਉਹ ਜਿਹੜਾ ਡਾਕਟਰ ਸੀਗਾ ਉਹ ਕਹਿਣ ਲੱਗਾ ਕਿ ਤੁਸੀਂ ਹੈ ਨਾ ਤਦ ਤੱਕ 1 ਹਫ਼ਤਾ ਜਿਹੜਾ ਹੈਗਾ ਇਸ ਹੌਸਪੀਟਲ ਦੇ ਵਿੱਚ ਥੋੜ੍ਹਾ ਬਹੁਤਾ ਤੁਹਾਨੂੰ ਆਰਾਮ ਕਰੋ। ਲਓ ਜੀ, ਜਦ ਇਹ ਹੌਸਪੀਟਲ ਦੇ ਵਿੱਚ ਰਹਿਣ ਲੱਗੇ ਉਸ ਤੋਂ ਬਾਅਦ ਉਹ ਵੀ ਦਿਨ ਆ ਗਿਆ ਜਿਸ ਦਿਨ ਜਿਹੜਾ ਬੁੱਧਵਾਰ ਨੂੰ ਇਹਨਾਂ ਦਾ ਪ੍ਰਸ਼ਨ ਜਿਹੜਾ ਸੀ 8 ਵਜੇ ਹੋਣਾ ਸੀਗਾ, ਅਤੇ 1 ਦਿਨ ਪਹਿਲਾਂ ਮੰਗਲਵਾਰ ਦੀ ਰਾਤ ਨੂੰ ਡਾਕਟਰ ਸਾਹਿਬ ਜਿਹੜੇ ਸੀਗੇ ਉਹ ਮਾਨ ਸਿੰਘ ਦੇ ਬਿਸਤਰੇ ਕੋਲ ਆਏ ਜਿੱਥੇ ਹੋਰਾਂ ਮਰੀਜ਼ਾਂ ਨੂੰ ਚੈੱਕ ਕਰਦੇ ਹੋਏ, ਅਤੇ ਆ ਕੇ ਮਾਨ ਸਿੰਘ ਨੂੰ ਕਹਿਣ ਲੱਗੇ, ਕਹਿੰਦੇ ਹਾਂ ਗੁਰਮੁਖਾ ਕੀ ਹਾਲ ਆ। ਜਦ ਇੰਨੀ ਗੱਲ ਹੋਈ ਤਾਂ ਮਾਨ ਸਿੰਘ ਜਿਹੜੇ ਸੀ ਜਿਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਚੱਲ ਗਈ ਸੀ, ਕੋਈ ਦਿਖਾਈ ਨਹੀਂ ਸੀ ਦਿੰਦਾ, ਬੈੱਡ 'ਤੇ ਪਏ ਹੋਏ ਸੀ, ਅਤੇ ਡਾਕਟਰ ਸਾਹਿਬ ਨੂੰ ਆਖਣ ਲੱਗੇ ਡਾਕਟਰ ਸਾਹਿਬ ਬਸ ਹਾਲ ਤੁਹਾਡੇ ਸਾਹਮਣੇ ਹੀ ਆ, ਤੁਸੀਂ ਦੇਖ ਹੀ ਰਹੇ ਆ। ਅਤੇ ਫਿਰ ਡਾਕਟਰ ਕਹਿਣ ਲੱਗਾ ਮਾਨ ਸਿੰਘ ਤੂੰ ਫਿਕਰ ਨਾ ਕਰ, ਸਾਡੀ ਪੂਰੀ ਕੋਸ਼ਿਸ਼ ਆ ਵੀ ਤੇਰਾ ਆਪਰੇਸ਼ਨ ਜਿਹੜਾ ਨਾ ਪੂਰੀ ਤਰ੍ਹਾਂ ਕਾਮਯਾਬ ਹੋ ਜਾਵੇ। ਉਸ ਤੋਂ ਬਾਅਦ ਫਿਰ ਡਾਕਟਰ ਨੇ ਜਿਹੜੀ ਕੋਲ ਡਿਊਟੀ 'ਤੇ ਖੜੀ ਨਰਸ ਸੀ ਉਹਨੂੰ ਆਖਿਆ ਕਿ ਇਹਦਾ ਸਵੇਰੇ 8 ਵਜੇ ਪ੍ਰਸ਼ਨ ਹੈਗਾ, ਇਸ ਕਰਕੇ ਸਵੇਰੇ ਤੁਸੀਂ 7 ਵਜੇ ਦੇ ਕਰੀਬ ਇੱਕ ਬਾਰਬਰ ਲਿਆ ਕੇ ਅਤੇ ਮਾਨ ਸਿੰਘ ਦਾ ਜਿਹੜਾ ਹੈ ਨਾ ਸਿਰ ਦੇ ਕੇਸ ਹੈਗੇ ਆ ਇਹ ਸਾਰੇ ਤੁਸੀਂ ਕਤਲ ਕਰਾ ਦਿਓ। ਤਾਂ ਜਦ ਇਹਦਾ ਸਿਰ ਦੇ ਕੇਸ ਪੂਰੀ ਤਰ੍ਹਾਂ ਕਤਲ ਹੋ ਜਾਣਗੇ ਤਾਂ ਉਸ ਤੋਂ ਬਾਅਦ ਫਿਰ ਅਸੀਂ ਇਹਦਾ ਜਿਹੜਾ ਪ੍ਰਸ਼ਨ ਆ ਇਹ ਪ੍ਰਸ਼ਨ ਥੀਏਟਰ ਦੇ ਵਿੱਚ ਸ਼ੁਰੂ ਕਰਾਂਗੇ। ਜਿਉਂ ਹੀ ਮਾਨ ਸਿੰਘ ਨੇ ਇਹ ਗੱਲ ਜਿਹੜੀ ਸੀ ਡਾਕਟਰ ਦੀ ਆਪਣੇ ਕੰਨੀ ਸੁਣੀ ਤਾਂ ਡਾਕਟਰ ਤਾਂ ਕਹਿ ਕੇ ਚਲਾ ਗਿਆ, ਪਰ ਮਾਨ ਸਿੰਘ ਦੇ ਅੰਦਰ ਜਿਹੜਾ ਸੀਗਾ ਕੇਸ ਕਟਾਉਣ ਦੀ ਜਿਹੜੀ ਗੱਲ ਡਾਕਟਰ ਦੀ ਸੀ ਇਹ ਸੁਣ ਕੇ ਬਿਜਲੀ ਵਾਂਗੂ ਅੰਦਰ ਝਟਕਾ ਲੱਗਾ, ਅਤੇ ਮਾਨ ਸਿੰਘ ਜਿਹੜਾ ਸੀ ਉੱਚੀ ਉੱਚੀ ਭੁੱਬਾਂ ਮਾਰ ਕੇ ਰੋਣ ਲੱਗ ਪਿਆ। ਜਦ ਭੁੱਬਾਂ ਮਾਰ ਕੇ ਰੋਣ ਲੱਗ ਪਿਆ ਅਤੇ ਉਹਨੂੰ ਆਪਣੀਆਂ ਮਾਂ ਦੀਆਂ ਕਈਆਂ ਹੋਈਆਂ ਗੱਲਾਂ ਜਿਹੜੀਆਂ ਸੀ ਉਹ ਯਾਦ ਆ ਗਈਆਂ ਕਿ ਮੇਰੀ ਮਾਂ ਬਚਪਨ ਦੇ ਵਿੱਚ ਜਦੋਂ ਮੈਨੂੰ ਦਹੀਂ ਦੇ ਨਾਲ ਨਲਾਉਂਦੀ ਹੁੰਦੀ ਸੀ ਅਤੇ ਇਹ ਕਹਿੰਦੀ ਹੁੰਦੀ ਸੀ ਕਿ ਪੁੱਤ ਜ਼ਿੰਦਗੀ ਵਿੱਚ ਕਦੀ ਕੇਸ ਨਹੀਂ ਕਟਾਉਣੇ, ਕੇਸ ਗੁਰੂ ਦੀ ਮੋਹਰ ਆ, ਗੁਰੂ ਦੀ ਬਖਸ਼ਿਸ਼ ਆ, ਗੁਰੂ ਦੀ ਨਿਸ਼ਾਨੀ, ਇਸ ਨੂੰ ਹਮੇਸ਼ਾ ਸੰਭਾਲ ਕੇ ਰੱਖਣਾ। ਪਰ ਅੱਜ ਮਾਨ ਸਿੰਘ ਜਿਹੜਾ ਸੀ ਪੂਰੀ ਤਰ੍ਹਾਂ ਮਜਬੂਰ ਹੋ ਗਿਆ ਸੀਗਾ ਕੇਸ ਕਟਾਉਣ ਵਾਸਤੇ। ਪਰ ਉਸ ਤੋਂ ਬਾਅਦ ਮਾਨ ਸਿੰਘ ਦੇ ਮਨ ਦੇ ਵਿੱਚ ਐਸੀ ਜਿਹੜੀ ਸੀ ਚੀਜ਼ ਉੱਠੀ ਤਾਂ ਮਾਨ ਸਿੰਘ ਨੇ ਉੱਚੀ ਉੱਚੀ ਕਹਿਣਾ ਸ਼ੁਰੂ ਕਰ ਦਿੱਤਾ, ਕਹਿੰਦਾ ਹੇ ਮਾਂ ਜਦੋਂ ਮੈਂ ਛੋਟਾ ਹੁੰਦਾ ਸੀ ਤੂੰ ਮੈਨੂੰ ਦਹੀਂ ਦੇ ਨਾਲ ਨਲਾਉਂਦੀ ਹੁੰਦੀ ਸੀ, ਇਹ ਕਹਿੰਦੀ ਹੁੰਦੀ ਸੀ ਕਿ ਕੇਸ ਗੁਰੂ ਦੀ ਮੋਹਰ ਆ, ਕੇਸ ਗੁਰੂ ਦੇ ਬਖਸ਼ਿਸ਼ ਹੈ, ਕੇਸ ਗੁਰੂ ਦੀ ਨਿਸ਼ਾਨੀ ਆ। ਹੁਣ ਤੂੰ ਮੈਨੂੰ ਇਹ ਦੱਸ ਕਿ ਕਿੱਥੇ ਆ ਤੇਰਾ ਗੁਰੂ ਗੋਬਿੰਦ ਸਿੰਘ, ਕਿੱਥੇ ਆ ਤੇਰਾ ਗੁਰੂ ਗੋਬਿੰਦ ਸਿੰਘ। ਜਦ ਉੱਚੀ ਉੱਚੀ ਮਾਨ ਸਿੰਘ ਨੇ ਜਿਹੜਾ ਸੀ ਇਹ ਕਹਿਣਾ ਹੌਸਪੀਟਲ ਸ਼ੁਰੂ ਕਰ ਦਿੱਤਾ, ਅਤੇ ਉਸ ਟਾਈਮ ਜਿਹੜਾ ਸੀ ਹੌਸਪੀਟਲ ਦੇ ਵਿੱਚ ਆਲੇ ਦੁਆਲੇ ਜਿਹੜੇ ਹੋਰ ਮਰੀਜ਼ ਸੀ ਉਹ ਜਿਹੜੇ ਸੀ ਇਹ ਗੱਲ ਸੁਣ ਕੇ ਬੜੇ ਦੰਗ ਰਹਿ ਗਏ। ਤਾਂ ਮਾਨ ਸਿੰਘ ਜਿਹੜਾ ਸੀ ਉੱਚੀ ਉੱਚੀ ਕਰਲਾ ਕੇ ਇਹ ਕਹਿ ਰਿਹਾ ਸੀਗਾ ਕਿ ਹੇ ਮਾਂ ਮੈਨੂੰ ਇਹ ਦੱਸ ਕਿ ਕਿੱਥੇ ਆ ਤੇਰਾ ਗੁਰੂ ਗੋਬਿੰਦ ਸਿੰਘ, ਕਿੱਥੇ ਆ ਤੇਰਾ ਗੁਰੂ ਗੋਬਿੰਦ ਸਿੰਘ। ਇਸ ਤਰ੍ਹਾਂ ਮਾਨ ਸਿੰਘ ਜਿਹੜਾ ਸੀਗਾ ਉਹ ਉੱਚੀ ਉੱਚੀ ਕੁਰਲਾ ਰਿਹਾ ਸੀਗਾ, ਅਤੇ ਇਸ ਕਰਲਾਟ ਨੂੰ ਸੁਣ ਕੇ ਮਾਨ ਸਿੰਘ ਦੇ ਜਿਹੜੇ ਪਿਤਾ ਸੀਗੇ ਉਹ ਉੱਠ ਕੇ ਬਾਹਰ ਚਲੇ ਗਏ। ਜਦ ਬਾਹਰ ਚਲੇ ਗਏ ਤਾਂ ਮਾਨ ਸਿੰਘ ਜਿਹੜਾ ਸੀਗਾ ਇਸ ਤਰ੍ਹਾਂ ਜਦ ਕਰਲਾ ਰਿਹਾ ਸੀ, ਉਸ ਤੋਂ ਬਾਅਦ ਫਿਰ ਜਿਹੜੀ ਨਰਸ ਸੀਗੀ ਉਹ ਜਾ ਕੇ ਮਾਨ ਸਿੰਘ ਨੂੰ ਕਹਿਣ ਲੱਗੀ ਕਿ ਤੂੰ ਹੀ ਇਸ ਤਰ੍ਹਾਂ ਨਾ ਕਹੋ, ਕਿਉਂਕਿ ਕੋਈ ਗੱਲ ਨਹੀਂ, ਅਗਰ ਤੁਹਾਡੇ ਕੇਸ ਕੱਟਣਗੇ ਤਾਂ ਇਹਦੇ ਨਾਲ ਤੁਹਾਡਾ ਆਪਰੇਸ਼ਨ ਹੋਊਗਾ ਅਤੇ ਤੁਹਾਡੀ ਜ਼ਿੰਦਗੀ ਤਾਂ ਬਚ ਜਾਊਗੀ। ਇਹ ਸਾਡੀ ਪੂਰੀ ਤਰ੍ਹਾਂ ਕੋਸ਼ਿਸ਼ ਆ, ਔਰ ਸਾਡਾ ਦਿਲ ਨਹੀਂ ਕਰਦਾ ਕਿ ਅਸੀਂ ਤੇਰੇ ਜਿਹੜੇ ਕੇਸ ਆ ਇਸ ਤਰ੍ਹਾਂ ਕੱਟ ਦਈਏ, ਪਰ ਸਾਡੀ ਡਾਕਟਰਾਂ ਦੀ ਮਜਬੂਰੀ ਹੁੰਦੀ ਕਿ ਕੇਸ ਕੱਟਣ ਤੋਂ ਬਗੈਰ ਸਿਰ ਦਾ ਆਪਰੇਸ਼ਨ ਨਹੀਂ ਡਾਕਟਰ ਕਰ ਸਕਦੇ। ਜਦ ਨਰਸ ਨੇ ਇਹ ਕਿਹਾ, ਪਰ ਮਾਨ ਸਿੰਘ ਜਿਹੜਾ ਸੀ ਆਪਣੀ ਧੁਨ ਦੇ ਵਿੱਚ ਉਹੀ ਗੱਲ ਵਾਰ-ਵਾਰ ਕਹਿ ਰਿਹਾ ਸੀ ਕਿ ਹੇ ਮਾਂ ਕਿੱਥੇ ਆ ਤੇਰਾ ਗੁਰੂ ਗੋਬਿੰਦ ਸਿੰਘ, ਕਿੱਥੇ ਆ ਤੇਰਾ ਗੁਰੂ ਗੋਬਿੰਦ ਸਿੰਘ। ਇੱਦਾਂ ਕਹਿੰਦਾ ਮਾਨ ਸਿੰਘ ਜਿਹੜਾ ਸੀਗਾ ਉਸ ਦੀ ਆਵਾਜ਼ ਜਿਹੜੀ ਸੀ ਹੌਲੀ ਹੌਲੀ ਮੱਧਮ ਹੋ ਗਈ। ਜਦ ਮੱਧਮ ਹੋਈ ਤਾਂ ਉਸ ਤੋਂ ਬਾਅਦ ਉਸੇ ਹੀ ਹੌਸਪੀਟਲ ਵਿੱਚ ਮਾਨ ਸਿੰਘ ਦੇ ਕਮਰੇ ਦੇ ਵਿੱਚ ਇੱਕ ਮਾਈ ਆਈ, ਕਿਉਂਕਿ ਮਾਨ ਸਿੰਘ ਨੂੰ ਨਜ਼ਰ ਨਹੀਂ ਸੀ ਆਉਂਦਾ। ਉਹ ਮਾਈ ਨੇ ਆ ਕੇ ਨਾ ਮਾਨ ਸਿੰਘ ਦੇ ਸਿਰ ਦੇ ਉੱਤੇ ਬੜੇ ਪ੍ਰੇਮ ਦੇ ਨਾਲ ਹੱਥ ਫੇਰਿਆ ਅਤੇ ਨਾਲ ਮਾਨ ਸਿੰਘ ਨੂੰ ਕਹਿਣ ਲੱਗੀ, ਕਹਿੰਦੀ ਗੁਰਮੁਖਾ ਤੈਨੂੰ ਇਸ ਤਰ੍ਹਾਂ ਨਹੀਂ ਬੋਲਣਾ ਤੈਂ ਕਿ ਕਿੱਥੇ ਹੈ ਗੁਰੂ ਗੋਬਿੰਦ ਸਿੰਘ, ਕਿੱਥੇ ਹੈ ਗੁਰੂ ਗੋਬਿੰਦ ਸਿੰਘ। ਗੁਰੂ ਕਿਤੇ ਨਹੀਂ ਗਿਆ, ਗੁਰੂ ਤਾਂ ਸਦਾ ਅੰਗ ਸੰਗ ਹੈਗਾ, ਗੁਰੂ ਤਾਂ ਸਮਾਂ ਜ਼ਾਹਰ ਜ਼ਹੂਰ ਹੈ, ਹਾਜ਼ਰ ਹਜ਼ੂਰ ਹੈ। ਗੁਰੂ ਗੋਬਿੰਦ ਸਿੰਘ ਕਿਤੇ ਨਹੀਂ, ਗੁਰੂ ਗੋਬਿੰਦ ਸਿੰਘ ਤਾਂ ਇੱਥੇ ਹੀ ਆ। ਜਦ ਇੰਨੀ ਗੱਲ ਹੋਈ ਆ ਤਾਂ ਫਿਰ ਉਸ ਮਾਈ ਨੇ ਬੜਾ ਧਰਵਾਸ ਦਿੱਤਾ ਮਾਨ ਸਿੰਘ ਨੂੰ। ਜਦ ਧਰਵਾਸ ਦਿੱਤਾ ਤਾਂ ਫਿਰ ਉਹ ਮਾਈ ਨੇ ਧਰਵਾਸ ਦਿੰਦੇ ਬੜੇ ਪ੍ਰੇਮ ਦੇ ਨਾਲ ਮਾਨ ਸਿੰਘ ਦੇ ਸਿਰ ਦੇ ਉੱਤੇ ਬੜੇ ਪ੍ਰੇਮ ਦੇ ਨਾਲ ਹੱਥ ਫੇਰਦੇ ਮਾਨ ਸਿੰਘ ਨੂੰ ਆਖਿਆ, ਕਹਿਣ ਲੱਗੀ ਮਾਨ ਸਿਆ ਤੇਰੀ ਮਾਂ ਦਾ ਜੋ ਵਿਸ਼ਵਾਸ ਹੈਗਾ, ਜਿਸ ਵਿਸ਼ਵਾਸ ਦੇ ਸਦਕੇ ਹੋ ਸਕਦਾ ਹੈਗਾ ਕਿ ਸਵੇਰੇ ਦਿਨ ਚੜ੍ਹਦੇ ਉੱਤੇ ਹੀ ਤੇਰੇ ਉੱਤੇ ਦਸ਼ਮੇਸ਼ ਪਿਤਾ ਤੇਰੇ ਉੱਤੇ ਮਿਹਰ ਕਰ ਦੇਣ, ਇਹ ਭਲਾ ਕੋਈ ਵੱਡੀ ਗੱਲ ਥੋੜ੍ਹੀ ਆ। ਜਦ ਇਹ ਗੱਲ ਜਿਹੜੀ ਸੀ ਉਸ ਮਾਈ ਨੇ ਮਾਨ ਸਿੰਘ ਨੂੰ ਇਸ ਤਰ੍ਹਾਂ ਕਹੀ ਤਾਂ ਮਾਨ ਸਿੰਘ ਜਿਹੜਾ ਸੀਗਾ ਇਹ ਗੱਲ ਸੁਣਨ ਤੋਂ ਬਾਅਦ ਜਿਹੜਾ ਸੀਗਾ
ਉਹ ਹੌਲੀ ਹੌਲੀ ਜਦ ਨੀਂਦ ਦੇ ਕੋਲ ਪਹੁੰਚਿਆ ਤੇ ਹੌਲੀ ਦੇਣੀ ਫਿਰ ਉਹਨੂੰ ਜਦ ਥੋੜ੍ਹਾ ਜਿਹਾ ਧਰਵਾਸ ਹੈ ਤੇ ਉਹ ਮਾਈ ਨੂੰ ਪੁੱਛਣ ਲੱਗਾ ਕਿ ਹੇ ਮਾਤਾ, ਤੂੰ ਮੈਨੂੰ ਧਰਵਾਸ ਦੇਣ ਵਾਲੀ ਕੌਣ ਹੈਗੀ ਆ, ਕੌਣ ਹੈ, ਮੈਨੂੰ ਆਪਣਾ ਪਰਿਚਾ ਦੇ। ਜਦ ਇੰਨੀ ਗੱਲ ਹੋਈ ਤਾਂ ਉਹ ਮਾਈ ਜਿਹੜੀ ਸੀ ਉਹ ਮਾਨ ਸਿੰਘ ਨੂੰ ਕਹਿਣ ਲੱਗੀ, ਬੇਟਾ ਮੈਂ ਹੋਰ ਕੋਈ ਨਹੀਂ, ਮੇਰਾ ਨਾਮ ਸਰਜੀਤ ਕੌਰ ਆ ਅਤੇ ਮੈਂ ਇਸੇ ਹੀ ਹੌਸਪੀਟਲ ਦੇ ਵਿੱਚ ਕੰਮ ਕਰਦੀ ਹਾਂ। ਜਦ ਇੰਨੀ ਗੱਲ ਹੋਈ ਤਾਂ ਫਿਰ ਮਾਨ ਸਿੰਘ ਜਿਹੜੇ ਸੀ ਉਹ ਆਪਣੇ ਨੀਂਦ ਦੇ ਵਿੱਚ ਸੌਂ ਗਏ। ਉਸ ਤੋਂ ਬਾਅਦ ਜਦ ਦਿਨ ਚੜ੍ਹਿਆ, ਉਸ ਤੋਂ ਬਾਅਦ ਤਕਰੀਬਨ 7 ਵਜੇ ਅਤੇ ਸੁੱਤੇ 7 ਵਜਣ ਤੋਂ ਬਾਅਦ ਜਿਹੜੀ ਡਿਊਟੀ 'ਤੇ ਆਈ ਨਰਸ ਸੀਗੀ ਉਹਨੇ ਅਚਨਚੇਤ ਮਾਨ ਸਿੰਘ ਨੂੰ ਜਗਾ ਦਿੱਤਾ। ਜਦ ਮਾਨ ਸਿੰਘ ਜਿਹੜਾ ਸੀ ਨੀਂਦ ਤੋਂ ਉੱਠਿਆ ਤਾਂ ਫਿਰ ਉਸ ਨਰਸ ਨੇ ਮਾਨ ਸਿੰਘ ਨੂੰ ਆਖਿਆ ਵੀ ਭਾਈ, ਤੇਰੇ ਕੇਸ ਕੱਤਣ ਵਾਲਾ ਜਿਹੜਾ ਆਦਮੀ ਹੈਗਾ ਉਹ ਹਾਜ਼ਰ ਹੋ ਗਿਆ ਅਤੇ ਤੂੰ ਇਸ ਤਰ੍ਹਾਂ ਕਰ ਕਿ 8 ਵਜੇ ਤੇਰਾ ਪ੍ਰਸ਼ਨ ਹੈ, ਹੁਣ 7 ਵੱਜ ਗਏ, ਸਿਰ ਤੋਂ ਆਪਣਾ ਪਰਨਾ ਉਤਾਰ ਤਾਂ ਜੋ ਇਹ ਜਿਹੜੇ ਤੇਰੇ ਕੇਸ ਹੈ ਇਹ ਕੱਟ ਕੇ ਜਿਹੜਾ ਹੈਗਾ ਤੇਰਾ ਸਿਰ ਪੂਰੀ ਤਰ੍ਹਾਂ ਜਿਹੜਾ ਹੈਗਾ ਉਹ ਘੋਣ ਮੋਣ ਕਰ ਦੇਵੇ। ਉਸ ਤੋਂ ਬਾਅਦ ਆਪਰੇਸ਼ਨ ਵਾਸਤੇ ਤੈਨੂੰ ਆਪਰੇਸ਼ਨ ਥੀਏਟਰ ਆ ਉਹਦੇ ਵਿੱਚ ਤੈਨੂੰ ਲੈ ਕੇ ਜਾਣਾ ਪੈਣਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਮਾਨ ਸਿੰਘ ਜਿਹੜਾ ਸੀ ਉਸ ਟਾਈਮ ਨੀਂਦ ਦੇ ਵਿੱਚ ਗਲਤਾਨ ਸੀਗਾ। ਖੈਰ ਹੌਲੀ ਹੌਲੀ ਮਾਨ ਸਿੰਘ ਜਿਹੜਾ ਸੀ ਉੱਠ ਕੇ ਬੈਠ ਗਿਆ। ਉੱਠ ਕੇ ਬੈਠਣ ਤੋਂ ਬਾਅਦ ਮਾਨ ਸਿੰਘ ਨੇ ਆਪਣੀਆਂ ਅੱਖਾਂ ਮੜੀਆਂ। ਜੋ ਹੀ ਅੱਖਾਂ ਖੋਲ੍ਹੀਆਂ ਅਤੇ ਐਸਾ ਕ੍ਰਿਸ਼ਮਾ ਹੋਇਆ ਕਿ ਮਾਨ ਸਿੰਘ ਨੂੰ ਜਿਹੜੀ ਸੀ ਉਹਦੀ ਨਜ਼ਰ ਵਾਪਸ ਆ ਗਈ ਅਤੇ ਪੂਰਾ ਹੌਸਪੀਟਲ ਜਿਹੜਾ ਸੀਗਾ ਉਸ ਨੂੰ ਦਿਖਾਈ ਦੇਣ ਲੱਗ ਪਿਆ। ਜਦ ਉਹਦੀ ਨਜ਼ਰ ਵਾਪਸ ਹੀ ਹੌਸਪੀਟਲ ਜਿਹੜਾ ਦਿਖਾਈ ਦੇਣ ਲੱਗ ਪਿਆ ਅਤੇ ਮਾਨ ਸਿੰਘ ਨੇ ਉਸੇ ਟਾਈਮ ਉਹ ਜਿਹੜੀ ਕੈਂਚੀਆਂ ਫੜੀਆਂ ਸੀਗੀਆਂ ਉਸ ਆਦਮੀ ਦੇ ਪਾਸ ਜਿਹਨੇ ਵਾਲ ਕੱਟਣੇ ਸੀਗੇ ਉਹਦੇ ਉੱਤੇ ਹੱਥ ਜ਼ੋਰ ਨਾਲ ਵਗਾਹ ਮਾਰਿਆ ਤਾਂ ਨਾਲੇ ਕਹਿਣ ਲੱਗਾ, ਕਹਿੰਦਾ ਵੀ ਮੈਂ ਕੇਸ ਨਹੀਂ ਕਟਾਉਣੇ, ਮੈਨੂੰ ਦਿਸਣ ਲੱਗ ਪਿਆ ਹੈ, ਮੈਂ ਸਭ ਕੁਝ ਦੇਖ ਸਕਦਾ ਹਾਂ, ਮੇਰੀ ਨਜ਼ਰ ਵਾਪਸ ਆ ਗਈ ਆ। ਜਦ ਮਾਨ ਸਿੰਘ ਨੇ ਜਿਹੜਾ ਸੀ ਇਸ ਤਰ੍ਹਾਂ ਜਿਹੜਾ ਉੱਚੀ ਉੱਚੀ ਕਹਿਣਾ ਸ਼ੁਰੂ ਕਰ ਦਿੱਤਾ, ਫਿਰ ਉਹ ਜਿਹੜੀ ਨਰਸ ਸੀਗੀ ਉਹ ਘਬਰਾ ਕੇ ਦੌੜ ਕੇ ਜਾ ਕੇ ਡਾਕਟਰ ਨੂੰ ਲੈ ਕੇ ਡਾਕਟਰ ਨੂੰ ਕਹਿਣ ਲੱਗੇ ਕਿ ਡਾਕਟਰ ਸਾਹਿਬ ਮਾਨ ਸਿੰਘ ਤਾਂ ਇਸ ਤਰ੍ਹਾਂ ਦੀ ਗੱਲ ਕਰਨ ਲੱਗ ਪਿਆ ਹੈਗਾ। ਜਦ ਇੰਨੀ ਗੱਲ ਹੋਈ ਤਾਂ ਜਿਹੜੇ ਡਾਕਟਰ ਗੋਰਾ ਸੀਗਾ ਉਹ ਜਿਹੜਾ ਸੀਗਾ ਆਪਣੇ ਹਿਸਾਬ ਨਾਲ ਉਸੇ ਟਾਈਮ ਉੱਠ ਕੇ ਮਾਨ ਸਿੰਘ ਦੇ ਪਾਸ ਹੈ ਅਤੇ ਮਾਨ ਸਿੰਘ ਨੂੰ ਕਹਿਣ ਲੱਗਾ, ਮਾਨ ਸਿਆਂ ਕੀ ਗੱਲ ਹੈਗੀ ਆ, ਕਿਉਂ ਇਸ ਤਰ੍ਹਾਂ ਤੂੰ ਉੱਚੀ ਉੱਚੀ ਕਹਿ ਰਿਹਾ ਹੈਗਾ। ਅਤੇ ਜਦ ਇੰਨੀ ਗੱਲ ਹੋਈ ਤਾਂ ਮਾਨ ਸਿੰਘ ਡਾਕਟਰ ਨੂੰ ਕਹਿਣ ਲੱਗੇ, ਡਾਕਟਰ ਸਾਹਿਬ ਮੈਂ ਸੱਚ ਬੋਲ ਰਿਹਾ ਹੈ, ਮੈਨੂੰ ਦਿਖਾਈ ਦੇਣ ਲੱਗਿਆ ਹੈ, ਮੈਂ ਸਭ ਕੁਝ ਦੇ ਸਕਦਾ ਹੈਗਾ, ਮੇਰੀ ਨਜ਼ਰ ਪਹਿਲੇ ਵਾਂਗੂ ਜਿਹੜੀ ਆ ਉਹ ਉਸੇ ਤਰ੍ਹਾਂ ਹੀ ਹੋ ਗਈ ਆ। ਜਦ ਇੰਨੀ ਗੱਲ ਹੋਈ ਤਾਂ ਡਾਕਟਰ ਜਿਹੜਾ ਸੀਗਾ ਪਹਿਲਾਂ ਤਾਂ ਉਹਨੂੰ ਮਾਨ ਸਿੰਘ ਦੀਆਂ ਗੱਲਾਂ 'ਤੇ ਯਕੀਨ ਨਹੀਂ ਆ, ਪਰ ਫਿਰ ਡਾਕਟਰ ਨੇ ਮਾਨ ਸਿੰਘ ਦੇ ਯਕੀਨ ਵਾਸਤੇ ਇਹ ਪੁੱਛਿਆ, ਅੱਛਾ ਅਗਰ ਤੇਰੀ ਨਜ਼ਰ ਆ ਗਈ ਤਾਂ ਮੈਨੂੰ ਇਹ ਦੱਸ ਵੀ ਕੰਧ ਦੇ ਉੱਤੇ ਜਿਹੜਾ ਰੰਗ ਕੀਤਾ ਕਿਹੋ ਜਿਹਾ ਹੈ। ਅਤੇ ਮਾਨ ਸਿੰਘ ਨੇ ਜਿਹੜਾ ਸੀਗਾ ਉਸ ਟਾਈਮ ਦੱਸਦਾ ਕਿ ਕੰਧ ਦੇ ਉੱਤੇ ਆਹ ਰੰਗ ਕੀਤਾ ਹੈ। ਉਸ ਤੋਂ ਬਾਅਦ ਡਾਕਟਰ ਜਿਹੜਾ ਸੀਗਾ ਥੋੜ੍ਹਾ ਜਿਹਾ ਹੋਰ ਹੈਰਾਨ ਹੋਏ, ਫਿਰ ਕਹਿਣ ਲੱਗਾ ਕਿ ਅੱਛਾ ਇਸ ਤਰ੍ਹਾਂ ਦੱਸ ਕਿ ਆਹ ਜਿਹੜੇ ਮਰੀਜ਼ ਆ ਅਤੇ ਇਹਨਾਂ ਨੇ ਕਿਹੋ ਜਿਹੇ ਕੱਪੜੇ ਪਾਏ ਆ। ਜਿਸ ਮਰੀਜ਼ ਵੱਲ ਡਾਕਟਰ ਇਸ਼ਾਰਾ ਕਰੇ ਤਾਂ ਭਾਈ ਮਾਨ ਸਿੰਘ ਜਿਹੜੇ ਸੀ ਦੱਸਦੇ ਨੇ ਕਿ ਇਸ ਮਰੀਜ਼ ਨੇ ਇਸ ਤਰ੍ਹਾਂ ਦੇ ਕੱਪੜੇ ਪਾਏ, ਇਸ ਰੰਗ ਦੇ ਪਾਏ ਆ। ਅਤੇ ਡਾਕਟਰ ਨੇ ਜਦ ਆਪਣੇ ਕੱਪੜੇ 'ਤੇ ਉਹ ਉਸ ਡਿਊਟੀ ਨਰਸ ਦੇ ਕੱਪੜਿਆਂ ਵੱਲ ਵੀ ਜਿਹੜਾ ਮਾਨ ਸਿੰਘ ਨੂੰ ਇਸ਼ਾਰਾ ਕੀਤਾ, ਮਾਨ ਸਿੰਘ ਨੇ ਜਿਹੜਾ ਸੀ ਉਹ ਸੱਚ ਦੱਸ ਦਿੱਤਾ, ਜੋ ਵੀ ਦੱਸਿਆ ਪੂਰੀ ਹਕੀਕਤ ਸੀਗੀ। ਜਿਸ ਕਰਕੇ ਡਾਕਟਰ ਦੇ ਅੰਦਰ ਭਰੋਸਾ ਜਾਗ ਪਿਆ ਵੀ ਬਾਕੀ ਮਾਨ ਸਿੰਘ ਦੀ ਨਜ਼ਰ ਜਿਹੜੀ ਉਹ ਪੂਰੀ ਵਾਪਸ ਆ ਗਈ ਆ। ਪਰ ਡਾਕਟਰ ਹੈਰਾਨ ਸੀਗਾ ਵੀ ਇਹ ਕਿਵੇਂ ਹੋ ਗਿਆ ਹੈਗਾ। ਉਸ ਤੋਂ ਬਾਅਦ ਫਿਰ ਡਾਕਟਰ ਨੇ ਮਾਨ ਸਿੰਘ ਨੂੰ ਆਖਿਆ ਸੀਗਾ, ਕਹਿਣ ਲੱਗੇ ਚੱਲ ਠੀਕ ਹੈ, ਅਸੀਂ ਤੇਰੇ ਕੇਸ ਕਤਲ ਨਹੀਂ ਕਰਦੇ ਅਤੇ ਪਰ ਅਸੀਂ ਤੇਰੇ ਹੁਣ ਫਿਰ ਦੁਬਾਰਾ ਟੈਸਟ ਲਵਾਂਗੇ ਅਤੇ ਉਸ ਨਵੇਂ ਟੈਸਟਾਂ ਦੀ ਰਿਪੋਰਟ ਦੇ ਆਧਾਰ ਦੇ ਉੱਤੇ ਜੋ ਵੀ ਹੋਊਗਾ ਉਹ ਤੈਨੂੰ ਫਿਰ ਦੱਸਾਂਗੇ। ਉਸ ਤੋਂ ਬਾਅਦ ਗੱਲ ਕੀ ਆ, ਮਾਨ ਸਿੰਘ ਦੇ ਜਿਹੜੇ ਸੀ ਉਹ ਦੁਬਾਰਾ ਟੈਸਟ ਲਏ ਗਏ। ਜਦ ਦੁਬਾਰਾ ਟੈਸਟ ਲਏ ਗਏ 3 ਘੰਟਿਆਂ ਦੀ ਰਿਪੋਰਟ ਤੋਂ ਬਾਅਦ ਜਿਹੜੇ 5 ਡਾਕਟਰ ਮਾਨ ਸਿੰਘ ਦੀ ਡਿਊਟੀ 'ਤੇ ਲਾਏ ਸੀਗੇ ਅਤੇ ਇਹਨਾਂ 5 ਡਾਕਟਰਾਂ ਨੇ ਮਾਨ ਸਿੰਘ ਦੇ ਪਿਤਾ ਨੂੰ ਜਿਹੜੇ ਸੀ ਆਪਣੇ ਉਸ ਦਫ਼ਤਰ ਦੇ ਵਿੱਚ ਬੁਲਾਇਆ ਅਤੇ ਇਹਦੇ ਮਾਨ ਸਿੰਘ ਦੇ ਪਿਤਾ ਨੂੰ ਕਹਿਣ ਲੱਗੇ ਸਰਦਾਰ ਜੀ, ਜ਼ਿੰਦਗੀ ਦੇ ਵਿੱਚ ਇੰਨੇ ਸਾਲ ਹੋ ਗਏ ਇਸ ਦਿੱਲੀ ਹੌਸਪੀਟਲ ਕੰਮ ਕਰਦਿਆਂ, ਪਰ ਇਹੋ ਜਿਹੀ ਘਟਨਾ, ਇਹੋ ਜਿਹਾ ਚਮਤਕਾਰ ਅਸੀਂ ਕਹਿੰਦੇ ਜ਼ਿੰਦਗੀ 'ਚ ਕਦੀ ਨਹੀਂ ਦੇਖਿਆ ਜਿਹੜਾ ਚਮਤਕਾਰ ਤੇਰੇ ਬੇਟੇ ਮਾਨ ਸਿੰਘ ਨਾਲ ਹੋਇਆ ਹੈਗਾ। ਜਦ ਇੰਨੀ ਗੱਲ ਹੋਈ ਤਾਂ ਮਾਨ ਸਿੰਘ ਦੇ ਪਿਤਾ ਜਿਹੜੇ ਸੀ ਬੜੇ ਹੈਰਾਨ ਹੋ ਗਏ ਅਤੇ ਕਾਹਲੀ ਨਾਲ ਡਾਕਟਰ ਨੂੰ ਪੁੱਛਣ ਲੱਗੇ, ਡਾਕਟਰ ਸਾਹਿਬ ਕਿਹੋ ਜਿਹਾ ਚਮਤਕਾਰ। ਅਤੇ ਡਾਕਟਰ ਸਾਹਿਬ ਕਹਿਣ ਲੱਗੇ, ਪਹਿਲਾ ਚਮਤਕਾਰ ਤਾਂ ਇਹ ਆ ਕਿ ਤੇਰੇ ਪੁੱਤਰ ਮਾਨ ਸਿੰਘ ਦੀ ਜਿਹੜੀ ਨਜ਼ਰ ਹੈਗੀ ਉਹ ਵਾਪਸ ਆ ਗਈ ਆ, ਅਤੇ ਦੂਸਰੀ ਗੱਲ ਇਹ ਆ ਕਿ ਅਸੀਂ ਜਿਹੜੀਆਂ ਪਹਿਲੀਆਂ ਰਿਪੋਰਟਾਂ ਲਈਆਂ ਸੀ ਉਹਦੇ ਵਿੱਚ ਕੋਈ ਬਹੁਤ ਵੱਡੀ ਜਿਹੜੀ ਰਸੌਲੀ ਸੀ ਸਾਡੀ ਸਕੈਨ ਦੱਸਦੀ ਸੀ, ਪਰ ਹੁਣ ਨਵੀਆਂ ਰਿਪੋਰਟਾਂ ਦੇ ਵਿੱਚ ਤੇਰੇ ਬੇਟੇ ਦੇ ਦਿਮਾਗ ਦੇ ਵਿੱਚ ਕੋਈ ਰਸੌਲੀ ਨਜ਼ਰ ਨਹੀਂ ਆਉਂਦੀ। ਉਹ ਰਸੌਲੀ ਕਿੱਥੇ ਗਈ, ਕਿਵੇਂ ਗਾਇਬ ਹੋ ਗਈ, ਇਹ ਤਾਂ ਇੱਕ ਗੋਡ ਦਾ ਕ੍ਰਿਸ਼ਮਾ ਹੋ ਗਿਆ ਹੈ। ਜਦ ਇੰਨੀ ਗੱਲ ਹੋਈ ਬਸ ਫਿਰ ਕੀ ਸੀ, ਇਹ ਖਬਰ ਜਿਹੜੀ ਸੀ ਅੱਗ ਵਾਂਗੂ ਪੂਰੇ ਹੌਸਪੀਟਲ ਦੇ ਵਿੱਚ ਜਿਹੜੀ ਸੀ ਉਸੇ ਟਾਈਮ ਫੈਲ ਗਈ। ਅਤੇ ਉਸ ਤੋਂ ਬਾਅਦ ਫਿਰ ਡਾਕਟਰਾਂ ਨੇ ਜਿਹੜੇ ਸੀ ਮਾਨ ਸਿੰਘ ਦੇ ਪਰਿਵਾਰ ਨੂੰ ਇਹ ਆਖਿਆ ਕਿ ਤੁਸੀਂ ਹੁਣ ਬੜੀ ਖੁਸ਼ੀ ਦੇ ਨਾਲ ਆਪਣੇ ਪਰਿਵਾਰ ਆਪਣੇ ਘਰ ਵਾਪਸ ਜਿਹੜਾ ਹੈਗਾ ਉਹ ਲੁਧਿਆਣੇ ਜਾ ਸਕਦੇ ਆ। ਜਦ ਇੰਨੀ ਗੱਲ ਹੋਈ, ਦੇਖੋ ਇਹ ਜਿਹੜੇ ਪੇ ਪੁੱਤ ਨੂੰ ਜਦ ਖਬਰ ਲੱਗੀ ਤਾਂ ਪੇ ਪੁੱਤ
ਕਲਗੀਧਰ ਪਿਤਾ ਜੀ ਦੇ ਸ਼ੁਕਰੀਏ ਦੇ ਵਿੱਚ ਬਹੁਤ ਜ਼ਿਆਦਾ ਬਰਾ ਕਰਦੇ ਹੋਏ ਜਿਹੜੇ ਸੀਗੇ ਉਹ ਰੋਂਦੇ ਰਹੇ। ਉਸ ਤੋਂ ਬਾਅਦ ਜਦ ਮਨ ਨੂੰ ਕੁਛ ਧਰਵਾਸ ਆਇਆ ਤਾਂ ਫਿਰ ਮਾਨ ਸਿੰਘ ਦੇ ਪਿਤਾ ਨੇ ਡਾਕਟਰ ਸਾਹਿਬ ਨੂੰ ਆਖਿਆ ਕਿ ਡਾਕਟਰ ਸਾਹਿਬ ਤੁਸੀਂ ਸਾਨੂੰ ਆਪਣੀ ਫੀਸ ਦਿਓ, ਕਿ ਦੱਸੋ ਤੁਹਾਡੇ ਕਿੰਨੀ ਫੀਸ ਹੈਗੀ ਇਸ ਵਾਸਤੇ। ਫਿਰ ਡਾਕਟਰ ਨੇ ਮਾਨ ਸਿੰਘ ਦੇ ਪਿਤਾ ਨੂੰ ਆਪਣੀ ਗਲਵਕੜੀ ਵਿੱਚ ਲੈਂਦਿਆਂ ਹੋਏ ਇਹ ਆਖਿਆ ਕਿ ਜਿਸ ਹੌਸਪੀਟਲ ਦੇ ਵਿੱਚ ਕਲਗੀਧਰ ਦਸ਼ਮੇਸ਼ ਪਿਤਾ ਮੇਰੇ ਹੌਸਪੀਟਲ ਵਿੱਚ ਆ ਕੇ ਚਰਨ ਪਾ ਗਏ ਹੋਣ ਤੇ ਤੇਰੇ ਪੁੱਤਰ ਮਾਨ ਸਿੰਘ ਨੂੰ ਦੁਬਾਰਾ ਪੂਰਾ ਜੀਵਨ ਜਿਹੜਾ ਚਮਤਕਾਰੀ ਢੰਗ ਦੇ ਨਾਲ ਬਖਸ਼ ਗਏ ਹੋਣ, ਤੇ ਕਹਿੰਦੇ ਉਸ ਡਾਕਟਰ ਨੂੰ ਪੈਸੇ ਲੈਣ ਦੀ ਕੀ ਲੋੜ ਹੈਗੀ ਆ। ਇਸ ਕਰਕੇ ਅਸੀਂ ਨਿੱਕਾ ਪੈਸਾ ਨਹੀਂ ਲੈਣਾ। ਹਾਂ, ਅਗਰ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਸਾਨੂੰ ਦੱਸੋ, ਅਸੀਂ ਤੁਹਾਡੀ ਸੇਵਾ ਵਾਸਤੇ ਪੂਰਾ ਹੌਸਪੀਟਲ ਦਾ ਜਿੰਨਾ ਵੀ ਸਟਾਫ ਹੈਗਾ ਉਹ ਤਿਆਰ ਹੈਗਾ। ਜਦ ਇਹ ਗੱਲ ਡਾਕਟਰ ਸਾਹਿਬ ਨੇ ਆਖੀ ਸੀ ਬਸ ਫੇਰ ਕੀ ਸੀ। ਉਸ ਤੋਂ ਬਾਅਦ ਫਿਰ ਸਾਰਾ ਪਰਿਵਾਰ ਜਿਹੜਾ ਸੀਗਾ ਬੜਾ ਸ਼ੁਕਰੀਆ ਦੇ ਵਿੱਚ ਜੁੜ ਗਿਆ। ਉਸ ਤੋਂ ਬਾਅਦ ਜਦ ਇਹ ਪਰਿਵਾਰ ਤੁਰਨ ਲੱਗਾ ਤੇ ਮਾਨ ਸਿੰਘ ਜਿਹੜਾ ਸੀ ਆਪਣੇ ਪਿਤਾ ਜੀ ਨੂੰ ਕਹਿਣ ਲੱਗਾ, ਕਹਿੰਦੇ ਪਿਤਾ ਜੀ ਮੇਰੇ ਇੱਕ ਗੱਲ ਮੈਨੂੰ ਯਾਦ ਆਈ ਕਿ ਜਦੋਂ ਮੈਂ ਉੱਚੀ ਉੱਚੀ ਕਹਿ ਰਿਹਾ ਸੀਗਾ ਕਿ ਕਿੱਥੇ ਆ ਤੇਰਾ ਗੁਰੂ ਗੋਬਿੰਦ ਸਿੰਘ, ਕਿੱਥੇ ਆ ਤੇਰਾ ਗੁਰੂ ਗੋਬਿੰਦ ਸਿੰਘ, ਜਦੋਂ ਮੈਂ ਆਪਣੀ ਮਾਂ ਨੂੰ ਰੋਸ ਵਜੋਂ ਉੱਚੀ ਉੱਚੀ ਪੁਕਾਰਿਆ ਸੀ, ਉਸ ਟਾਈਮ ਕਹਿੰਦੇ ਇੱਕ ਮਾਈ ਆਈ ਸੀ ਜਿਸ ਨੇ ਮੇਰੇ ਸਿਰ ਦੇ ਉੱਤੇ ਹੱਥ ਫੇਰਿਆ ਸੀ ਤੇ ਮੈਨੂੰ ਧਰਵਾਸ ਦਿੱਤਾ ਸੀ ਕਿ ਬੇਟਾ ਇਸ ਤਰ੍ਹਾਂ ਨਹੀਂ ਕਹੀਦਾ, ਗੁਰੂ ਤਾਂ ਹਮੇਸ਼ਾ ਅੰਗ ਸੰਗ ਹੈਗਾ, ਗੁਰੂ ਥੋੜ੍ਹਾ ਕਿਤੇ ਗਿਆ ਹੈ, ਗੁਰੂ ਤਾਂ ਜ਼ਾਹਰ ਜ਼ਹੂਰ ਆ, ਹਾਜ਼ਰ ਹਜ਼ੂਰ ਆ। ਗੁਰੂ ਦੇ ਉੱਤੇ ਇਸ ਤਰ੍ਹਾਂ ਦੀ ਕੋਈ ਟਿੱਪਣੀ ਨਾ ਕਰ। ਹੋ ਸਕਦਾ ਹੈਗਾ ਕਿ ਸਵੇਰੇ ਗੁਰੂ ਤੇਰੇ ਉੱਤੇ ਕੋਈ ਐਸੀ ਮਿਹਰ ਕਰ ਦੇਵੇ ਕਿ ਤੈਨੂੰ ਫਿਰ 9x9 ਵੀ ਗੁਰੂ ਕਰ ਸਕਦਾ ਹੈਗਾ। ਕਹਿੰਦੇ ਇਹ ਗੱਲਾਂ ਮੈਨੂੰ ਉਸ ਟਾਈਮ ਉਸ ਬੀਬੀ ਨੇ ਆਖੀਆਂ ਸੀ ਜਦੋਂ ਉਹਨੇ ਮੇਰੇ ਪਿਆਰ ਦੇ ਨਾਲ ਮੇਰੇ ਸ਼ੀਸ਼ ਦੇ ਉੱਤੇ ਹੱਥ ਫੇਰਿਆ ਸੀਗਾ। ਤਾਂ ਫਿਰ ਮਾਨ ਸਿੰਘ ਨੇ ਆਖਿਆ ਸੀਗਾ, ਉਹ ਬੀਬੀ ਨੇ ਮੈਨੂੰ ਦੱਸਿਆ ਸੀਗਾ ਕਿ ਮੇਰਾ ਨਾਂ ਸਰਜੀਤ ਕੌਰ ਅਤੇ ਮੈਂ ਇਸੇ ਹੌਸਪੀਟਲ 'ਚ ਕੰਮ ਕਰਦੀ ਹਾਂ ਅਤੇ ਮੈਂ ਉਸ ਬੀਬੀ ਦਾ ਧੰਨਵਾਦ ਕਰਕੇ ਜ਼ਰੂਰ ਜਾਣਾ ਹੈਗਾ। ਜਦ ਇੰਨੀ ਗੱਲ ਹੋਈ ਹੈ ਤਾਂ ਫਿਰ ਇਹ ਜਿਹੜੇ ਪੇ ਪੁੱਤਰ ਸੀਗੇ ਦੁਬਾਰਾ ਫਿਰ ਡਾਕਟਰਾਂ ਦੇ ਪਾਸ ਆਏ ਅਤੇ ਡਾਕਟਰ ਨੂੰ ਕਹਿਣ ਲੱਗੇ ਕਿ ਰਾਤੀ ਜਿਹੜੀ ਸੀ ਇੱਕ ਬੀਬੀ ਮੇਰੇ ਪੁੱਤਰ ਮਾਨ ਸਿੰਘ ਪਾਸ ਆਈ ਸੀ ਜਿਹਨੇ ਮਾਨ ਸਿੰਘ ਨੂੰ ਬੜਾ ਧਰਵਾਸ ਦਿੱਤਾ ਸੀਗਾ ਅਤੇ ਉਹਦਾ ਨਾਂ ਸਰਜੀਤ ਕੌਰ ਹੈਗਾ। ਅਤੇ ਮੇਰਾ ਬੇਟਾ ਕਹਿੰਦਾ ਕਿ ਅਸੀਂ ਉਹਦਾ ਹੈ ਨਾ ਧੰਨਵਾਦ ਕਰਕੇ ਜਾਣਾ ਜਿਹਨੇ ਰਾਤ ਨੂੰ ਸਾਨੂੰ ਹੌਸਲਾ ਦਿੱਤਾ ਸੀ ਕਿ ਗੁਰੂ ਗੋਬਿੰਦ ਸਿੰਘ ਕਿਤੇ ਨਹੀਂ ਗਿਆ ਹੈ, ਗੁਰੂ ਗੋਬਿੰਦ ਸਿੰਘ ਹਮੇਸ਼ਾ ਅੰਗ ਸੰਗ ਹੈਗਾ, ਜ਼ਾਹਰ ਜ਼ਹੂਰ ਹੈ, ਹਾਜ਼ਰ ਹਜ਼ੂਰ ਹੈ। ਜਦ ਸਾਰੀ ਗੱਲਬਾਤ ਮਾਨ ਸਿੰਘ ਅਤੇ ਮਾਨ ਸਿੰਘ ਦੇ ਪਿਤਾ ਨੇ ਡਾਕਟਰਾਂ ਨੂੰ ਦੱਸੀ, ਉਸ ਟਾਈਮ ਫਿਰ ਡਾਕਟਰਾਂ ਨੇ ਜਿਹੜੀ ਸੀ ਸਾਰੀ ਲਿਸਟ ਜਿਹੜੇ ਹੌਸਪੀਟਲ ਦਾ ਜਿੰਨਾ ਸਟਾਫ ਸੀ ਉਹਨਾਂ ਦੀ ਮੰਗਾਈ ਔਰ ਜਦ ਸਾਰੀ ਜਿਹੜੀ ਲਿਸਟ ਸੀ ਮਾਨ ਸਿੰਘ ਦੇ ਪਿਤਾ ਅਤੇ ਮਾਨ ਸਿੰਘ ਨੂੰ ਦਿਖਾਈ ਸੀ, ਉਹਦੇ ਵਿੱਚ ਸਰਜੀਤ ਕੌਰ ਨਾਂ ਦੀ ਕੋਈ ਵੀ ਔਰਤ ਨਹੀਂ ਸੀ ਜਿਹੜੀ ਉਸ ਹੌਸਪੀਟਲ ਦੇ ਵਿੱਚ ਕੰਮ ਕਰਦੀ ਸੀ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਹ ਜਿਹੜੀ ਔਰਤ ਹੈਗੀ ਆ ਇਹ ਕੌਣ ਸੀ ਜਿਸ ਨੇ ਆ ਕੇ ਮਾਨ ਸਿੰਘ ਨੂੰ ਐਡਾ ਵਿਸ਼ਵਾਸ ਦਿੱਤਾ ਕਿ ਹੋ ਸਕਦਾ ਹੈ ਸਵੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੇ ਉੱਤੇ ਐਸੀ ਕਿਰਪਾ ਕਰ ਦੇਣ। ਇਹ ਹੋਰ ਕੋਈ ਨਹੀਂ, ਇਹ ਮਾਨ ਸਿੰਘ ਜੀ ਦੀ ਮਾਤਾ ਜੀ ਸੀਗੇ ਜਿਹੜੇ ਉਹਨਾਂ ਟਾਈਮਾਂ 'ਚ ਸੁਰਗਵਾਸ ਉਹਨਾਂ ਹਾਲਾਤਾਂ 'ਚ ਹੋ ਗਏ ਸੀਗੇ ਅਤੇ ਉਹਨਾਂ ਦੀ ਰੂਹ ਜਿਹੜੀ ਸੀ ਆ ਕੇ ਆਪਣੇ ਬੇਟੇ ਨੂੰ ਇਸ ਤਰ੍ਹਾਂ ਦਾ ਧਰਵਾਸ ਦੇ ਕੇ ਜਿਹੜੀ ਸੀ ਉਹ ਵਾਪਸ ਆਪਣੇ ਲੋਕ ਦੇ ਵਿੱਚ ਚਲੇ ਗਈ ਸੀ। ਔਰ ਕਿਵੇਂ ਇਹ ਜਿਹੜਾ ਕ੍ਰਿਸ਼ਮਾ ਸੀਗਾ ਇਹ ਫਿਰ ਮਾਨ ਸਿੰਘ ਨਾਲ ਵਾਪਰਿਆ ਸੀ ਕਿ ਕਿਵੇਂ ਉਹਦੀ ਅੱਖਾਂ ਦੀ ਰੋਸ਼ਨੀ ਵਾਪਸ ਆਈ ਅਤੇ ਨਾਲ ਜਿਹੜੀ ਸਿਰ ਦੀ ਰਸੌਲੀ ਸੀਗੀ ਉਹ ਵੀ ਜਿਹੜੀ ਸੀ ਉਹ ਪੂਰਨ ਤੌਰ ਦੇ ਉੱਤੇ ਗਾਇਬ ਹੋ ਗਈ ਸੀਗੀ। ਸੋ ਇਹੋ ਜਿਹਾ ਵਿਸ਼ਵਾਸ ਭਾਈ ਮਾਨ ਸਿੰਘ ਦੀ ਮਾਤਾ ਦਾ ਕਲਗੀਧਰ ਦੇ ਪ੍ਰਤੀ ਪ੍ਰੇਮ ਸੀਗਾ। ਉਸ ਇਸੇ ਹੀ ਪ੍ਰੇਮ ਦੇ ਸਦਕਾ ਇਹ ਘਟਨਾ ਜਿਹੜੀ ਅਸੰਭਵ ਸੀਗੀ ਇਹ ਕਿਵੇਂ ਜਿਹੜੀ ਸੀ 1 ਸੈਕਿੰਡ ਦੇ ਵਿੱਚ ਸੰਭਵ ਹੋ ਗਈ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਆਖਿਆ ਹੈ, ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ, ਸੁਣ ਕੇ ਜੰਮ ਕੇ ਦੂਤ ਨਾਏ ਤੇਰੇ ਛੱਡ ਜਾਏ। ਸੋ ਕਹਿਣ ਤੋਂ ਭਾਵ ਇਹ ਹੈ ਕਿ ਦਸ਼ਮੇਸ਼ ਪਿਤਾ ਮਹਾਰਾਜ ਹਰੇਕ ਜਗ੍ਹਾ ਅੰਗ ਸੰਗ ਹੈ। ਸੋ ਦਾਸ ਇੰਨੇ ਹੀ ਵਚਨ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕੋ ਜੀ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।